Hello everyone, this is Sakshi Agarwal from Malerkotla. I welcome you all on Mehnati Bachche. I hope you all are doing well. So आज इस वीडियो ਦੇ ਵਿੱਚ ਆਪਾਂ ਨਵੰਬਰ 2020 ਦੇ ਕਰੰਟ ਅਫੇਅਰਸ 20 ਹੋਰ ਡਿਸਕਸ ਕਰਾਂਗੇ। ਇਹ ਪਾਰਟ 3 ਹੈ। ਇਸ ਤੋਂ ਪਹਿਲਾਂ 40 ਕਰੰਟ ਅਫੇਅਰਸ ਆਪਾਂ ਡਿਸਕਸ ਕਰ ਚੁੱਕੇ ਹਾਂ ਨਵੰਬਰ 2020 ਦੇ ਦੋ ਪਾਰਟਸ ਦੇ ਵਿੱਚ। ਓਕੇ, ਸੋ ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਪਿਛਲੇ ਦੋ ਪਾਰਟਸ ਵੀ ਜ਼ਰੂਰ ਦੇਖੋ ਬਿਕੋਜ਼ ਇਹ ਜਿਹੜੇ ਕਰੰਟ ਅਫੇਅਰਸ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ आने वाले एग्जाम्स लाइक नैब तहसीलदार हो गया, पंजाब PCS एग्जाम हो गया या असिस्टेंट सुपरिटेंडेंट ऑफ जेल एग्जाम हो गया। ओके, सो ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰਿਸੀਵ ਹੁੰਦੀ ਰਹੇ। ਇਸ ਤੋਂ ਇਲਾਵਾ ਚੈਨਲ ਤੇ ਤੁਹਾਨੂੰ ਹੋਰ ਵੀ ਕਾਫੀ ਸਾਰਾ ਮਟੀਰੀਅਲ ਮਿਲ ਜੂਗਾ, ਸੋ ਤੁਸੀਂ ਆ ਸਾਰੀ ਵੀਡੀਓਜ਼ ਨੂੰ ਦੇਖ ਸਕਦੇ ਹੋ। ਓਕੇ, ਸੋ ਫਸਟ ਕਰੰਟ ਅਫੇਅਰ ਦੇਖਦੇ ਹਾਂ। ਇਹ ਹੈਗਾ ਰਿਗਾਰਡਿੰਗ ਸੈਂਟੀਨਲ ਸੈਟੇਲਾਈਟ। ਓਕੇ, ਹੁਣ ਇਹਦੇ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਅਗਰ ਤੁਸੀਂ ਕੋਈ ਵੀ ਸੈਟੇਲਾਈਟ ਬਾਰੇ ਪੜ੍ਹ ਰਹੇ ਹੋ। ਸਭ ਤੋਂ ਪਹਿਲਾਂ ਤਾਂ ਕਿ ਉਹ ਸੈਟੇਲਾਈਟ ਨੂੰ ਲਾਂਚ ਕਿਹਨੇ ਕੀਤਾ ਹੈ। ਓਕੇ, ਕਈ ਵਾਰ ਇਹ ਵੀ ਇੰਪੋਰਟੈਂਟ ਹੁੰਦਾ ਹੈ ਕਿ ਉਹ ਸੈਟੇਲਾਈਟ ਨੂੰ ਬਣਾਇਆ ਕਿਹਨੇ ਹੈ। ਓਕੇ, ਸੋ ਸੈਕਿੰਡ ਕਿਹਨੇ ਬਣਾਇਆ। ਥਰਡ ਕੀ ਹੈ ਕਿ ਉਹ ਸੈਟੇਲਾਈਟ ਜਿਹੜੀ ਹੈਗੀ ਹੈ ਉਹਦਾ ਕੰਮ ਕੀ ਹੋਊਗਾ। ਓਕੇ, ਸੋ ਉਹਦੀ ਵਰਕਿੰਗ ਕੀ ਹੋਊਗੀ, ਉਹਨੂੰ ਕਾਹਦੇ ਲਈ ਲਾਂਚ ਕੀਤਾ ਜਾ ਰਿਹਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਾਂ ਕੁਝ ਕਈ ਵਾਰ ਹੋਰ ਇੰਪੋਰਟੈਂਟ ਡਿਟੇਲਸ ਹੁੰਦੀਆਂ ਉਹ ਵੀ ਦੇਖਣੀਆਂ ਹੁੰਦੀਆਂ ਨੇ। ਓਕੇ, ਮੇਨ ਆ ਤਿੰਨ ਹੁੰਦੀਆਂ। ਸੋ ਨਾਸਾ ਨੇ ਲਾਂਚ ਕੀਤਾ ਕੋਪਰਨਿਕੂਲਸ ਸੈਨੇਟਲ 6 ਮਿਸ਼ੈਲ ਫੈਰਲਿਚ ਸੈਟੇਲਾਈਟ। ਓਕੇ, ਕਿਹਨੇ ਲਾਂਚ ਕੀਤਾ ਹੈ, ਨਾਸਾ ਨੇ। ਸੈਕਿੰਡ ਜਿਹੜੀ ਸੈਟੇਲਾਈਟ ਹੈ ਉਹਨੂੰ ਕਿਉਂ ਲਾਂਚ ਕੀਤਾ ਗਿਆ, ਅਰਥ ਦੇ ਸੀ ਲੈਵਲ ਦਾ ਕਿੰਨਾ ਇਨਕਰੀਜ਼ ਹੋ ਰਿਹਾ ਹੈ ਉਹਨੂੰ ਟਰੈਕ ਕਰਨ ਦੇ ਲਈ। ਸੋ ਬੇਸਿਕਲੀ ਓਸ਼ਨਸ ਨੂੰ ਮੋਨੀਟਰ ਕਰਨ ਦੇ ਲਈ ਉਹਨੂੰ ਲਾਂਚ ਕੀਤਾ ਗਿਆ। ਜਿਹੜੀ ਸੈਟੇਲਾਈਟ ਹੈ ਉਹਨੂੰ ਲਾਂਚ ਕੀਤਾ ਜਾ ਰਿਹਾ ਇਨ SpaceX Falcon 9 ਰੋਕੇਟ। ਓਕੇ, ਅਤੇ ਜਿਹੜੀ ਇਹ ਸੈਟੇਲਾਈਟ ਹੈ ਜਿਹਨੂੰ ਲਾਂਚ ਕੀਤਾ ਜਾ ਰਿਹਾ ਉਹ ਬੇਸਿਕਲੀ ਪਾਰਟ ਹੈ ਕਿਹੜੇ ਮਿਸ਼ਨ ਜੈਸਨ ਕੰਟੀਨਿਊਟੀ ਆਫ ਸਰਵਿਸ। ਜਿਹੜਾ ਇਹ ਮਿਸ਼ਨ ਹੈ ਇਹਨੂੰ ਲਾਂਚ ਕੀਤਾ ਗਿਆ ਸੀ ਓਸ਼ਨਸ ਦੀ ਹਾਈਟ ਨੂੰ ਮੈਜਰ ਕਰਨ ਦੇ ਲਈ। ਬਿਕੋਜ਼ ਆਪਾਂ ਨੂੰ ਪਤਾ ਅਗਰ ਆਪਾਂ ਹਾਈਟ ਮੈਜਰ ਕਰ ਲਈਏ ਓਸ਼ਨਸ ਦੀ ਤਾਂ ਉਹ ਚੀਜ਼ ਆਪਣੇ ਬਹੁਤ ਕੰਮ ਆ ਸਕਦੀ ਹੈ ਕਲਾਈਮੇਟ ਚੇਂਜ ਨੂੰ ਸਮਝਣ ਦੇ ਲਈ। ਓਕੇ, ਦੈਨ ਜਿਹੜੀ ਸੈਟੇਲਾਈਟ ਹੈ ਉਹਨੂੰ ਜੁਆਇੰਟਲੀ ਡਿਵੈਲਪ ਕੀਤਾ ਗਿਆ ਹੈ ਕਿਹਦੇ ਦੁਆਰਾ, ਨੈਸ਼ਨਲ ਓਸ਼ਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ, ਸੈਕਿੰਡ ਯੂਰਪੀਅਨ ਸਪੇਸ ਏਜੰਸੀ ਐਂਡ ਯੂਰਪੀਅਨ ਆਰਗੇਨਾਈਜੇਸ਼ਨ ਫॉर ਐਕਸਪਲੋਰੇਸ਼ਨ ਆਫ ਮੈਟਰੋਲੋਜੀਕਲ ਸੈਟੇਲਾਈਟ ਐਂਡ ਫ੍ਰੈਂਚ ਨੈਸ਼ਨਲ ਸੈਂਟਰ ਫॉर ਸਪੇਸ ਸਟੱਡੀਜ਼। ਇੱਕ ਵਾਰ ਇਹਨਾਂ ਬਾਰੇ ਜ਼ਰੂਰ ਧਿਆਨ ਰੱਖਿਓ ਵੀ ਕਿੰਨਾ ਨੇ ਮਿਲ ਕੇ ਇਹਨੂੰ ਡਿਵੈਲਪ ਕੀਤਾ ਹੈ। ਓਕੇ, then the satellite will make sea level observation and will provide measurements on global sea level rise। ਜਿਹੜੇ ਸੈਟੇਲਾਈਟ ਹੈ ਉਹ sea level observations ਦੱਸੇਗੀ ਤੇ ਪ੍ਰੋਵਾਈਡ ਕਰਵਾਏਗੀ ਮੈਜਰਮੈਂਟਸ ਗਲੋਬਲ sea level rise ਤੇ ਕਿ ਗਲੋਬਲੀ ਕਿੰਨਾ sea level ਵੱਧ ਰਿਹਾ ਹੈ। To measure the sea surface height, the satellite will send pulses to earth surface and will measure the returning signals। ਹੁਣ ਮੈਜਰ ਕਰਨ ਦੇ ਲਈ ਸੈਟੇਲਾਈਟ ਕੀ ਕਰੇਗੀ, ਪਲਸਿਸ ਭੇਜੇਗੀ ਅਰਥ ਦੇ ਸਰਫੇਸ ਤੇ। ਓਕੇ, ਸੋ ਪਲਸਿਸ ਆਉਣਗੇ ਸੈਟੇਲਾਈਟ ਤੋਂ ਅਰਥ ਦੇ ਸਰਫੇਸ ਤੇ। ਦੈਨ ਜਿਹੜੇ ਰਿਟਰਨਿੰਗ ਸਿਗਨਲਸ ਹੋਣਗੇ ਉਹਨੂੰ ਸੈਟੇਲਾਈਟ ਦੇ ਦੁਆਰਾ ਮੈਜਰ ਕੀਤਾ ਜਾਏਗਾ। ਦ ਸੈਟੇਲਾਈਟ ਵਿਲ ਆਲਸੋ ਮੈਜਰ ਵਾਟਰ ਵੇਪਰ ਇਨ ਅਰਥ ਐਟਮੋਸਫੇਅਰ। ਵਾਟਰ ਵੇਪਰ ਦੀ ਅਮਾਊਂਟ ਵੀ ਦੇਖੇਗੀ ਅਰਥ ਦੇ ਐਟਮੋਸਫੇਅਰ 'ਚ ਕਿੰਨੀ ਹੈ। ਇਟ ਵਿਲ ਆਲਸੋ ਕਲੈਕਟ ਡਾਟਾ ਸਪੋਰਟਿੰਗ ਓਸ਼ਨੋਗ੍ਰਾਫੀ। ਓਕੇ, ਦੈਨ ਨੈਕਸਟ ਪੜ੍ਹਦੇ ਹਾਂ ਸੈਕਿੰਡ ਕਰੰਟ ਅਫੇਅਰ। ਇਹ ਹੈਗਾ ਰਿਗਾਰਡਿੰਗ ਬੁਕਰ ਪ੍ਰਾਈਜ਼ 2020। ਓਕੇ, ਸੋ ਜਿਹੜਾ ਬੁਕਰ ਪ੍ਰਾਈਜ਼ ਹੈ 2020 ਉਹ ਕਿਹਨਾਂ ਨੇ ਜਿੱਤਿਆ ਅਤੇ ਕਿਹੜੀ ਨਾਵਲ ਲਈ ਜਿੱਤਿਆ, ਇਹ ਦੋ ਇੰਪੋਰਟੈਂਟ ਫੈਕਟਸ ਯਾਦ ਰੱਖਿਓ ਇਸ ਦੇ ਬਾਰੇ। ਅਤੇ ਥਰਡ ਇਹ ਹੈ ਕਿ ਜਿਹੜਾ ਇਹ ਪ੍ਰਾਈਜ਼ ਉਹ ਕਿਉਂ ਦਿੱਤਾ ਜਾਂਦਾ ਹੈ। ਓਕੇ, ਸੋ ਤਿੰਨ ਫੈਕਟਸ ਇਹਦੇ ਵਿੱਚ ਕੰਮ ਦੇ ਨੇ। ਪਹਿਲਾ ਜਿਹੜਾ ਬੁਕਰ ਪ੍ਰਾਈਜ਼ ਹੈ 2020 ਉਹ ਡੌਗਲਸ ਸਟੁਅਰਟ ਨੂੰ ਮਿਲਿਆ ਕਾਹਦੇ ਲਈ, ਨਾਵਲ ਸ਼ੂਗੀ ਬੇਨ। ਓਕੇ, ਦੈਨ ਜਿਹੜੀ ਬੁਕਰ ਪ੍ਰਾਈਜ਼ ਹੈ ਉਹ ਇੱਕ ਲਿਟਰੇਰੀ ਪ੍ਰਾਈਜ਼ ਹੈ ਅਤੇ ਹਰ ਸਾਲ ਬੈਸਟ ਨਾਵਲ ਦੇ ਲਈ ਇਹਨੂੰ ਦਿੱਤਾ ਜਾਂਦਾ ਹੈ। ਓਕੇ, ਦ ਪ੍ਰਾਈਜ਼ ਇਜ਼ ਅਵਾਰਡਡ ਟੂ ਨਾਵਲਸ ਰਿਟਨ ਇਨ ਇੰਗਲਿਸ਼ ਐਂਡ ਪਬਲਿਸ਼ ਇਨ ਆਇਰਲੈਂਡ ਔਰ UK। ਜਿਹੜਾ ਇਹ ਪ੍ਰਾਈਜ਼ ਹੈ ਉਹ ਨਾਵਲਸ ਲਈ ਦਿੱਤਾ ਜਾਂਦਾ ਜਿਨ੍ਹਾਂ ਨੂੰ ਇੰਗਲਿਸ਼ 'ਚ ਲਿਖਿਆ ਗਿਆ ਹੋਵੇ ਅਤੇ ਆਇਰਲੈਂਡ ਜਾਂ UK ਦੇ ਵਿੱਚ ਪਬਲਿਸ਼ ਕੀਤਾ ਗਿਆ ਹੋਵੇ। ਓਕੇ, ਇਟ ਵਾਸ ਫਾਰਮਲੀ ਨੋਨ ਐਜ਼ ਬੁਕਰ MC ਕੌਨਲ ਪ੍ਰਾਈਜ਼। ਓਕੇ, ਐਂਡ ਮੈਨ ਬੁਕਰ ਪ੍ਰਾਈਜ਼ ਇਹਨੂੰ ਪਹਿਲਾਂ ਇਹ ਦੋ ਨਾਮ ਨਾਲ ਵੀ ਬੋਲਦੇ ਸੀ। ਇਨ 1997 ਅਰੁੰਧਤੀ ਰॉय ਆਫ ਇੰਡੀਆ won the Booker Prize for her novel The God of Small Things। ਇਹ ਵੀ ਇੰਪੋਰਟੈਂਟ ਫੈਕਟ ਹੈ ਕਿ 1997 'ਚ ਅਰੁੰਧਤੀ ਰॉय ਨੇ ਜਿੱਤਿਆ ਸੀ ਇਹ ਵਾਲਾ ਜਿਹੜਾ ਪ੍ਰਾਈਜ਼ ਹੈ ਕਿਹੜੀ ਨਾਵਲ ਦੇ ਲਈ, The God of Small Things। ਓਕੇ, ਅਤੇ ਨੈਕਸਟ ਹੈ ਕਿ ਜਿਹੜਾ ਬੁਕਰ ਪ੍ਰਾਈਜ਼ ਹੈ ਉਹਦੇ ਵਿੱਚ 50,000 pounds ਆਫ ਕੈਸ਼ ਮਨੀ ਵੀ ਦਿੱਤੀ ਜਾਂਦੀ ਹੈ। ਓਕੇ, ਦੈਨ ਨੈਕਸਟ ਥਰਡ ਕਰੰਟ ਅਫੇਅਰ ਹੈ ਰਿਗਾਰਡਿੰਗ ਸਿੰਬੈਕਸ 2020। ਸੋ ਇਹ ਕੀ ਚੀਜ਼ ਹੈ ਅਤੇ ਕਿਹੜੀ ਕੰਟਰੀਜ਼ ਦੇ ਵਿੱਚ ਕੰਡਕਟ ਹੁੰਦੀ ਹੈ, ਇਹ ਦੋ ਮੇਨ ਫੈਕਟਸ ਯਾਦ ਰੱਖਿਓ। ਸੋ ਸਿੰਬੈਕਸ ਜੋ ਹੈ ਉਹ ਇੱਕ ਨੇਵਲ ਐਕਸਰਸਾਈਜ਼ ਹੈ, ਫਸਟ ਫੈਕਟ।
ਸੈਕਿੰਡ ਕਿਹੜੀ ਦੋ ਨੇਵੀਜ਼ ਦੇ ਵਿੱਚ ਇਹ ਕੰਡਕਟ ਹੋਈ, ਇੰਡੀਆ ਐਂਡ ਸਿੰਗਾਪੁਰ ਨੇਵੀ। ਓਕੇ, ਤੇ ਕਿੱਥੇ ਹੋਈ? ਅੰਡਮਾਨ ਸੀ ਦੇ ਵਿੱਚ। ਦ ਐਕਸਰਸਾਈਜ਼ ਇਜ਼ ਬੀਂਗ ਕੰਡਕਟਿਡ ਬਿਟਵੀਨ ਦ ਕੰਟਰੀ ਸਿੰਸ 1994 ਤੋਂ ਦੋਨੋਂ ਕੰਟਰੀਜ਼ ਦੇ ਵਿੱਚ ਐਕਸਰਸਾਈਜ਼ ਹੁੰਦੀ ਆ ਰਹੀ ਹੈ। ਦ ਐਕਸਰਸਾਈਜ਼ ਏਮਸ ਟੂ ਇਨਹਾਂਸ ਮਲਟੀ ਇੰਟਰਓਪਰੇਬਿਲਿਟੀ ਬਿਟਵੀਨ ਦ ਕੰਟਰੀਜ਼। ਓਕੇ, ਦੈਨ ਨੈਕਸਟ फोर्थ करंट अफेयर है रिगार्डिंग सिटमैक्स 2020। सो सिटमैक्स 2020 की है? सिटमैक्स भी बेसिकली एक नेवल एक्सरसाइज है, बेसिकली ट्राईलेटरल नेवल एक्सरसाइज है। मीनस ट्राईलेटरल मीनस ये 3 कंट्रीज़ ने। ओके, सो सिटमैक्स जी है वो किहड़ी कंट्री दे विच है? इंडिया, सिंगापुर एंड थाईलैंड। वो जी सी पहला आपां ने पढ़ी सिमबैक्स, ये इंडिया ते सिंगापुर दे विच सी। जिहड़ी सिटमैक्स है इंडिया, सिंगापुर ते थाईलैंड दे विच है। ओके, तो इनू भी अंडमान दे विच कंडक्ट किया गया, अंडमान सी दे विच। The SITMEX 20 naval exercise was scheduled in a non-contact at sea only format due to COVID-19 restriction. The main objective of exercise is to increase the interoperability between the 3 navies. जिहड़ी exercise है वो maritime operations नू भी enhance करूगी। Okay, apart from SITMEX, India and Singapore held सिमबैक्स 20 सेपरेटली इन अंडमान सी। ये आप ऑलरेडी पढ़ चुके हैं। दैन फिफ्थ करंट अफेयर है रिगार्डिंग G20 समिट। सो जिहड़ा इंडिया है वो G20 समिट होल्ड करूगा किहड़े ईयर दे विच? 2023। ओके, सो G20 समिट ऑफ 2020 जिहड़ी है वो किहड़ी कंट्री ने की? साउदी अरेबिया ने होस्ट की सी, ते 2023 दे विच इंडिया द्वारा किया जाऊ। सो 2021 दे विच इटली करूगी होस्ट। इंपॉर्टेंट फैक्ट्स हैं, याद रखियो। ओके, 2022 दे विच इंडोनेशिया, दैन 2023 दे विच इंडिया एंड 2024 दे विच ब्राज़ील। सो हुण आपां G20 दे बारे भी पढ़ते हैं। G20 दे विच बेसिकली की है 19 कंट्रीज़ हैं। ओके, प्लस यूरोपियन यूनियन है। फाउंडेड इन 1999 विद एम टू डिस्कस पॉलिसी pertaining to the promotion of international financial stability. The G20 has expanded its agenda since 2008 and heads of government or heads of state as well as finance ministers, foreign ministers and think tanks have periodically conferred at summits ever since. It seeks to address issues that go beyond the responsibilities of anyone. The member of G20 are, हुण G20 दे किहड़े मैंबर्स हैं? एक तो तुहानूं दसता यूरोपियन यूनियन है। ओके, 19 किहड़ी कंट्रीज़ हैं? अर्जेंटीना, ऑस्ट्रेलिया, ब्राज़ील, कैनेडा, चाइना, फ्रांस, जर्मनी, इंडिया, इंडोनेशिया। याद रखियो इंडिया भी G20 का मैंबर है, इंपॉर्टेंट फैक्ट है। इटली, जापान, दैन रिपब्लिक ऑफ कोरिया, मैक्सीको, रशिया, साउदी अरेबिया, साउथ अफ्रीका, टर्की, यूनाइटेड किंगडम, यूनाइटेड स्टेट्स एंड यूरोपियन यूनियन। ओके, सो तुसीं आ मैप दे विच भी कंट्रीज़ नूं देख सकते हो। सो सिक्स्थ करंट अफेयर है रिगार्डिंग चपेरे वायरस। ओके, देखो जिहड़े रिसर्चर्स हैं यूनाइटेड स्टेट्स के सेंटर फॉर डिजीज़ कंट्रोल एंड प्रिवेंशन, उन्होंने डिस्कवर्ड किया है कि जिहड़ा चपेरे वायरस है उहदे विच इन्नी कैपेबिलिटी हैगी कि उहदा ह्यूमन टू ह्यूमन ट्रांसमिशन पॉसीबल है। ओके, बोलीविया ऐसी कंट्री है जिहड़ी कि फेस कर रही है आउटब्रेक ए वायरस का। इबोला की तरह ही जिहड़ा चपेरे वायरस है उहदे विच इन्नी कैपेबिलिटी हैगी कि उहदे नाल हीमोरहैगिक फीवर जिहड़ा है वो हो सकता है। ओके, सो हुण जिहड़ा वायरस है इहदा नाम चपेरे क्यों होया? बिकॉज एक बोलीविया की जिहड़ी कैपीटल है लापेज, उत्थे एक रीजन है। ओके, तो उत्थे सब तो पहला ये वायरस का जिहड़ा आउटब्रेक है होया, इसलिए इहदा नाम चपेरे वायरस पै गया। सो हुण आपां इहदे बारे कुछ होर बेसिक डिटेल्स देखते हैं। देखो जिहड़ा ये वायरस है वो सब तो पहला 2004 दे विच बोलीविया दे विच डिस्कवर किया गया, बट फिर ये सेम ईयर दे विच डिसअपीयर हो गया। बट 2019 दे विच भी फिर इहदा आउटब्रेक देखा गया। ओके, then United States CDC had developed RT-PCR test to diagnose Chapere virus in future. In the previous outbreak, there were no signs of human-to-human transmission. It is the recent 2020 outbreak that shown that human-to-human transmission is possible in Chapere virus. पहला कोई भी human-to-human transmission इहदा नहीं दिखा सी जदों भी यह फैलिया, but 2020 दे विच जदों फैलिया तो इहदे विच human-to-human transmission देखा गया। Chapere virus was also detected in rodents around the home of infected person. ਜਿਹੜੇ person ਨੂੰ ਚਪੇਰੇ ਵਾਇਰਸ ਹੋਇਆ ਹੋਵੇ, ਓਕੇ, ਉਹਦੇ ਅਰਾਊਂਡ ਜਿਹੜੇ ਰੋਡੈਂਟਸ ਹੁੰਦੇ ਆ ਉਹਨਾਂ ਵਿੱਚ ਵੀ ਸਾਈਨਸ ਦੇਖਣ ਨੂੰ ਮਿਲਦੇ ਆ ਵਾਇਰਸ ਦੇ। ਆਫਟਰ ਦ ਪਰਸਨ ਇਨਫੈਕਟਡ ਵਿਦ ਚਪੇਰੇ ਵਾਇਰਸ ਡਾਈਡ, ਦ ਵਾਇਰਸ ਸਟੇਡ ਅਲਾਈਵ ਫॉर 24 ਆਵਰਸ ਇਨ देयर ਬੋਡੀਲੀ ਫਲੂਇਡਸ।
ਓਕੇ ਜਿਹੜੇ ਬੋਡੀ ਦੇ ਫਲੂਇਡਸ ਹੁੰਦੇ ਆ ਉਹਨਾਂ ਦੇ ਵਿੱਚ ਵੀ 24 ਆਵਰਸ ਤੱਕ ਜਿਹੜਾ ਵਾਇਰਸ ਆ ਉਹ ਰਹਿੰਦਾ ਹੈ ਅਗਰ ਕਿਸੇ ਪਰਸਨ ਦੀ ਡੈਥ ਹੋ ਜਾਂਦੀ ਹੈ। ਦੈਨ ਸੋ 7 ਕਰੰਟ ਅਫੇਅਰ ਦੇਖਦੇ ਹਾਂ। ਇਹ ਹੈ ਰਿਗਾਰਡਿੰਗ ਪਰਮ ਸਿੱਧੀ। ਸਿੱਧਾ ਹੀ ਪੇਪਰ 'ਚ ਕੁਐਸਚਨ ਆ ਸਕਦਾ ਹੈ ਕਿ ਪਰਮ ਸਿੱਧੀ ਵਰਡ ਕਾਹਦੇ ਲਈ ਯੂਜ਼ ਕੀਤਾ ਗਿਆ, ਸੋ ਕੀ ਚੀਜ਼ ਹੈ। ਇਹ ਬੇਸਿਕਲੀ ਇੱਕ ਹਾਈ ਪਰਫੋਰਮੈਂਸ ਕੰਪਿਊਟਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਸੁਪਰ ਕੰਪਿਊਟਰ ਹੈ ਓਕੇ, ਜਿਹਨੂੰ ਕਿ ਸੀਡੈਕ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ ਅੰਡਰ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ। ਹੁਣ ਇਹ ਨਿਊਜ਼ 'ਚ ਕਿਉਂ ਹੈ, ਬਿਕੋਜ਼ ਜਿਹੜਾ ਇਹ ਕੰਪਿਊਟਰ ਹੈ ਉਹਨੇ 63rd ਰੈਂਕ ਸਿਕਿਉਰ ਕੀਤਾ ਹੈ ਇਨ ਟੌਪ 500 ਮੋਸਟ ਪਾਵਰਫੁਲ ਨॉन ਡਿਸਟਰੀਬਿਊਟਿਡ ਕੰਪਿਊਟਰ ਸਿਸਟਮ ਲਿਸਟ ਇਨ ਦਾ ਵਰਲਡ ਓਕੇ। ਹੁਣ ਅਗਰ ਆਪਾਂ ਗੱਲ ਕਰੀਏ ਕਿ ਇਹਨੂੰ ਡਿਵੈਲਪ ਕਿਹਨੇ ਕੀਤਾ ਹੈ, ਪਰਮ ਸਿੱਧੀ ਨੂੰ ਜੁਆਇੰਟਲੀ ਡਿਵੈਲਪ ਕੀਤਾ ਹੈ ਬਾਈ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਓਕੇ। ਅਗਰ ਆਪਾਂ ਗੱਲ ਕਰੀਏ ਇਹਦੀ ਸਪੀਡ ਦੀ ਤਾਂ ਜਿਹੜਾ ਸੁਪਰ ਕੰਪਿਊਟਰ ਆ ਉਹਦੀ ਸਪੀਡ ਹੈਗੀ 5.267 ਪੀਟਾ ਫਲॉप्स। ਦੈਨ 8th ਕਰੰਟ ਅਫੇਅਰ ਹੈ ਰਿਗਾਰਡਿੰਗ ਫਸਟ ਕਨਵਰਜੈਂਸ ਪ੍ਰੋਜੈਕਟ ਆਫ ਇੰਡੀਆ ਟੂ ਜਨਰੇਟ ਗ੍ਰੀਨ ਐਨਰਜੀ। ਦ ਐਨਰਜੀ ਐਫੀਸ਼ੀਐਂਸੀ ਸਰਵਿਸ ਲਿਮਿਟਿਡ ਨੇ ਸਾਈਨ ਕੀਤਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਿਹਦੇ ਨਾਲ, ਡਿਪਾਰਟਮੈਂਟ ਆਫ ਨਿਊ ਐਂਡ ਰੈਨਿਊਏਬਲ ਐਨਰਜੀ ਗੋਆ। According to agreement, the first convergence project of India to generate green energy for agriculture and rural areas is to be set up in Goa. So ਜਿਹੜਾ first convergence project ਹੈ ਇੰਡੀਆ ਦਾ ਜਿਹੜਾ ਕਿ green energy generate ਕਰੂਗਾ agriculture ਤੇ rural areas ਲਈ, ਉਹਨੂੰ ਕਿੱਥੇ ਸੈਟਅਪ ਕੀਤਾ ਜਾਊਗਾ, ਗੋਆ ਦੇ ਵਿੱਚ। The project is to focus on energy solutions that are evolved basically on concepts that combine climate change, renewable energy and artificial intelligence. Main objective of project is to connect sectors such as LED lights, solar energy, energy stored in order to provide solution that will enable decarbonization. Okay. Then 9 current affair है 4 cities ਨੂੰ select ਕੀਤਾ ਗਿਆ ਇੰਡੀਆ ਦੀ by World Economic Forum. ਓਕੇ, ਸੋ ਜਿਹੜਾ ਵਰਲਡ ਇਕਨੋਮਿਕ ਫੋਰਮ ਹੈ ਉਹਨਾਂ ਨੇ 36 ਕੰਟਰੀਜ਼ ਨੂੰ ਸਿਲੈਕਟ ਕੀਤਾ ਹੈ ਫਰੋਮ 22 ਕੰਟਰੀਜ਼ ਕਾਹਦੇ ਲਈ, ਫॉर ਪਾਇਨੀਅਰਿੰਗ ਅ ਪੋਲਿਸੀ ਰੋਡ ਮੈਪ ਫॉर ਸਮਾਰਟ ਸਿਟੀਜ਼। ਜਿਹੜੀਆਂ ਸਮਾਰਟ ਸਿਟੀਜ਼ ਹੈ ਉਹਨਾਂ ਨੂੰ ਡਿਵੈਲਪ ਕੀਤਾ ਜਾਊਗਾ ਅੰਡਰ G20 ਗਲੋਬਲ ਸਮਾਰਟ ਸਿਟੀਜ਼ ਅਲਾਈਅੰਸ ਓਕੇ। ਸੋ 36 ਸਿਟੀਜ਼ ਟੋਟਲ ਸਿਲੈਕਟ ਹੋਈਆਂ 22 ਕੰਟਰੀਜ਼ ਤੋਂ, ਅਤੇ ਉਹਦੇ ਵਿੱਚ 4 ਇੰਡੀਅਨ ਸਿਟੀਜ਼ ਹੈ। ਉਹ ਇੰਡੀਅਨ ਸਿਟੀਜ਼ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਕਿਹੜੀਆਂ ਨੇ, ਬੈਂਗਲੁਰੂ, ਫਰੀਦਾਬਾਦ, ਇੰਦੌਰ ਐਂਡ ਹਾਈਦਰਾਬਾਦ। ਸੋ ਜਿਹੜੀਆਂ 36 ਸਿਟੀਜ਼ ਨੇ ਉਹ ਕੋਲੈਬੋਰੇਟ ਕਰਨਗੀਆਂ ਗਲੋਬਲ ਐਕਸਪਰਟਸ ਦੇ ਨਾਲ ਅਤੇ ਇਨਹਾਂਸ ਕਰਨਗੀਆਂ ਸਿਟੀ ਪੋਲਿਸੀਜ਼ ਨੂੰ, ਠੀਕ ਹੈ। ਸਾਈਬਰ ਸਿਕਿਉਰਿਟੀ ਤੋਂ ਲੈ ਕੇ ਫੈਸਿਲਿਟੀਜ਼ ਜਿਹੜੀਆਂ ਕਿ ਫਿਜ਼ੀਕਲੀ ਚੈਲੰਜ ਪੀਪਲ ਦੇ ਲਈ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜਿਹੜੀ 36 ਸਿਟੀਜ਼ ਹੈ ਅਡੋਪਟ ਕਰਨਗੀਆਂ 5 ਪੋਲਿਸੀ। ਕਿਹੜੀਆਂ ਨੇ, ਬੈਟਰ ਬ੍ਰੌਡਕਾਸਟ ਕਵਰੇਜ, privacy protection, then accountability for cyber security, better accessibility to digital city services for physically disabled and increase openness of city data. Okay, with these inputs they will frame a roadmap to become a smart city which will then be used by other cities in the world in following phases of the initiative. So मतलब ਕੀ ਹੈ ਕਿ ਇਹ cities ਨੂੰ set ਕੀਤਾ ਜਾਊਗਾ as examples ਕਿ future ਦੇ ਵਿੱਚ ਹੋਰ cities ਨੂੰ ਵੀ smart cities ਦੇ ਵਿੱਚ convert ਕੀਤਾ ਜਾਵੇ okay. Then 10th current affair ਹੈ regarding World Toilet Day ਜੋ ਕਿ November 19 ਨੂੰ celebrate ਕੀਤਾ ਜਾਂਦਾ ਹੈ। Every year United Nations and other several international organizations celebrate World Toilet Day on November 19. Official conveyor of World Toilet Day is UN Water. Okay, so 2020 ਦੇ ਵਿੱਚ ਅਗਰ ਥੀਮ ਦੀ ਗੱਲ ਕਰੀਏ ਕੀ ਹੈ, sustainable sanitation and climate change. According to United Nations, more than 4.2 billion live without safely managed sanitation. Also more than 673 million people still practice open defecation. ਹਜੇ ਵੀ ਇੰਨੇ ਲੋਕ ਹੈਗੇ ਨੇ ਜਿਹੜੇ open defecation ਨੂੰ practice ਕਰ ਰਹੇ ਨੇ okay. According to WHO, 58% of diarrhea cases are caused due to unsafe water, poor hygienic practices and poor sanitation. The World Toilet Day will help reduce these conditions by increasing awareness on sanitation. Okay, so ਇਹਦੀ ਕਿਉਂ ਜ਼ਰੂਰਤ ਹੈ ਤਾਂ ਕਿ ਲੋਕਾਂ ਨੂੰ ਟੋਇਲਟਸ ਦੇ ਬੈਨੀਫਿਟ ਦੇ ਬਾਰੇ ਪਤਾ ਲੱਗੇ ਤੇ ਓਪਨ ਡੈਫੀਕੇਸ਼ਨ ਘਟ ਸਕੇ okay. Then so 11 ਕਰੰਟ ਅਫੇਅਰ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਗਰ CBI ਨੇ ਆਪਣੀ ਜੂਰੀਡਿਕਸ਼ਨ ਕਰਨੀ ਹੈ ਕਿਸੇ ਸਟੇਟ ਦੇ ਵਿੱਚ ਤਾਂ ਉਹਦੇ ਲਈ ਸਟੇਟ ਦੀ ਮਨਜ਼ੂਰੀ ਲੈਣਾ ਜ਼ਰੂਰੀ ਹੈ। ਸੁਪਰੀਮ ਕੋਰਟ ਆਫ ਇੰਡੀਆ pronounced that the consent of state government is mandatory for CBI, that is Central Bureau of Investigation, to extend its jurisdiction in the state. The verdict has come after the 8 non-BJP states withdraw their consent
for CBI to probe fresh cases in jurisdiction of the state. ਕਿਹੜੀ states ਨੇ? झारखंड, केरला, वेस्ट बंगाल, मिजोरम, महाराष्ट्र, राजस्थान, पंजाब एंड छत्तीसगढ़। इन्हां ने वर्डिक्ट लगाया सी, मतलब इन्हां ने मना करता सी CBI नूं इजाज़त देण नूं कि तुसीं साडी स्टेट जा के अपनी जुरिडिक्शन नूं एक्सटेंड कर सकदे हो। ओके, उस तो बाद फिर जिहड़ा सुप्रीम कोर्ट आ उन्हें फैसला सुनाया। उस तो बाद दैन 12th करंट अफेयर है रिगार्डिंग इंडिया न्यू डेवलपमेंट बैंक साइन $500 million एग्रीमेंट। कई बार ना एग्जाम्स दे विच क्वेश्चन आ जाता है कि इंडिया ने रीसेंटली न्यू डेवलपमेंट बैंक दे नाल किन्ने दी डील साइन की। कई बार टर्म ये पूछ लेंदे हैं जिहड़ी भी डील साइन की होंदी है किन्ने दी की। ओके, या फिर पूछ लेंदे कि पर्पस की है, या थर्ड पूछ लेंगे कि इंडिया ने रीसेंटली इन्ने दी डील साइन की किहड़ी एजेंसी दे नाल, ओके, किहड़ी ऑर्गेनाइजेशन दे नाल। सो ये चीज़ों के बारे थोनों याद होना चाहिए। इंडिया एंड न्यू डेवलपमेंट बैंक साइन एन एग्रीमेंट ऑफ $500 million। अंडर एग्रीमेंट न्यू डेवलपमेंट बैंक इज़ टू लैंड द फंड्स टू इंप्लीमेंट दिल्ली गाजियाबाद मेरठ रीजनल रैपिड ट्रांजिट सिस्टम प्रोजेक्ट। सो काहदे लई कर रहे हैं? बेसिकली जिहड़े फंड्स न्यू डेवलपमेंट बैंक के द्वारा इंडिया नूं दिते जा रहे हैं उन्होंने यूज़ किया जाऊगा इंप्लीमेंट करने के लिए दिल्ली गाजियाबाद मेरठ रीजनल रैपिड ट्रांजिट सिस्टम प्रोजेक्ट। ओके, ये प्रोजेक्ट का नाम है, इनू इंप्लीमेंट करने के लिए यूज़ किया जाऊगा। द फंड विल बी यूज टू प्रोवाइड रिलायबल फास्ट सेफ कंफर्टेबल पब्लिक ट्रांसपोर्ट सिस्टम इन द रीजन। अगर आप न्यू डेवलपमेंट बैंक की गल करिए तो जोड़ा बैंक है उन्होंने रैफर किया जाता है एज ब्रिक्स बैंक। ओके, अगर ये हैडकुआटर्स की गल करिए तो कित्थे है? चाइना के शंघाई दे विच। द प्रपोजल टू एस्टैबलिश न्यू डेवलपमेंट बैंक वॉज मेड बाय इंडिया एट 4th ब्रिक्स समिट जिहड़ी कि न्यू दिल्ली दे विच होई सी 2012 दे विच। इंडिया ने आइडिया दिता सी कि न्यू डेवलपमेंट बैंक बनाना चाहिए। ओके, दैन द शेयर्स ऑफ द बैंक आर इक्वली डिस्ट्रीब्यूटेड अमंग द मैंबरस। हुण जिहड़ा बैंक है उहदे शेयर्स जिहड़ी मैंबर कंट्रीज़ हैं ब्रिक्स दी, इहदे बारे आपां पहली वीडियो दे विच डिस्कस किया सी। ओके, सो तुहानूं याद होना चाहिए 5 कंट्रीज़ हैं जो मैंबर हैं ब्रिक्स दियां। सो इन्हां 5 कंट्रीज़ दे विच जिहड़े शेयर हैं इक्वली डिस्ट्रीब्यूट होए हुए ने। ओके, 25% ऑफ बैंक लोन है जिहड़ा वाटर ते सैनीटेशन प्रोजैक्ट्स लई जांदा है, 24 ट्रांसपोर्ट प्रोजैक्ट, 30 फॉर एनर्जी प्रोजैक्ट्स। बस मेन तुसीं याद रखना इंडिया ने न्यू डेवलपमेंट बैंक दे नाल $500 million का एग्रीमेंट साइन किया दिल्ली गाजियाबाद मेरठ रीजन दे जिहड़ा ट्रांसपोर्ट सिस्टम है उहदे विच फैसिलिटीज़ नूं प्रोवाइड करवाउण दे लई। ओके, दैन नैक्सट 13th करंट अफेयर है रिगार्डिंग इंडिया वर्ल्ड बैंक साइन $120 million एग्रीमेंट। हुण इन्हां ने काहदे लई कीता? इंडिया ते वर्ल्ड बैंक ने टू इंप्लीमेंट मेघालय इंटीग्रेटेड ट्रांसपोर्ट प्रोजैक्ट। उहदे विच दिल्ली गाजियाबाद वाले प्रोजैक्ट की गल की गई सी। ठीक है, इहदे विच किहदी गल की गई है? मेघालय इंटीग्रेटेड ट्रांसपोर्ट प्रोजैक्ट। So India and World Bank signed $120 million to modernize transport sector in state of Meghalaya. The project aims to improve 300 km of strategic road segment through climate resilient and nature-based solution. Okay, then 14th current affair है regarding Indo-Thai Corpet. Okay, हुण कॉरपेट की है? ये बेसिकली अगर आप इसकी फुल फॉर्म देखिए तो की है कोऑर्डिनेटिंग पेट्रोल, जो किहदे विच हुंदी है? 2 कंट्रीज़ हैं इंडिया ते थाईलैंड। ये पेपर कई बार क्वेश्चन आ चुका रिगार्डिंग कॉरपेट। सो ये कॉरपेट की है कोऑर्डिनेटिंग पेट्रोल है जो किहड़ी कंट्रीज़ दे विच कंडक्ट हुंदी है? इंडिया ते थाईलैंड। द 30th इंडो थाई कॉरपेट है जिहड़ी वो होई इंडियन नेवी ते रॉयल थाई नेवी दे विच INS करमुख HTMS कराबुरी अलॉन्ग विद डोनियर मैरीटाइम एयरक्राफ्ट पार्टिसिपेट इन कॉरपेट। The countries have been holding corpet along the international maritime boundary line twice a year since 2005. Okay, 2005 तो इंटरनेशनल मैरीटाइम बाउंड्री ते ਜਿਹੜੀਆਂ 2 कंट्रीज़ हैं इन्हां दे विच दो वार साल दे विच ਜਿਹੜੀ कॉरपेट है उन्होंने ऑर्गेनाइज किया जाता है। ओके, 15 करंट अफेयर है रिगार्डिंग IRNSS सैटेलाइट कॉन्स्टलेशन ऑफ इंडिया के बारे। ओके, सो ये न्यूज़ क्यों है? बिकॉज इनू रिकॉगनाइजेशन मिल गई है अंडर WWRNS बाय IMO। हुण इहदे बारे आपां पूरा डिटेल च पढ़ते हैं। देखो, द इंडियन रीजनल नैविगेशन सैटेलाइट सिस्टम IRNSS की फुल फॉर्म बारे तुहानूं पता होना चाहिए। इंडियन रीजनल नैविगेशन सैटेलाइट सिस्टम। ओके, उन्होंने असैप्ट किया गया है एज ए कंपोनेंट ऑफ वर्ल्ड वाइड रेडियो नैविगेशन सिस्टम। WWRNS का मतलब है वर्ल्ड वाइड रेडियो
ਨੈਵੀਗੇਸ਼ਨ ਸਿਸਟਮ ਕਿਨੇ ਕੀਤਾ ਹੈ ਬਾਈ IMO, that is International Maritime Organization, for its operation in Indian Ocean region. This will enable vessels to use IRNSS to obtain position information similar to GLONASS and GPS. ਜਿਵੇਂ GPS ਤੇ GLONASS ਹੈਲਪ ਕਰਦਾ ਹੈ ਪੋਜੀਸ਼ਨ ਨੂੰ ਫਾਈਂਡ ਕਰਨ ਦੇ ਲਈ ਵਾਟਰ ਦੇ ਵਿੱਚ, ਉਸੇ ਤਰੀਕੇ ਨਾਲ ਹੁਣ IRNSS ਦਾ ਵੀ ਯੂਜ਼ ਕੀਤਾ ਜਾਊਗਾ ਵੈਸਲਸ ਦੇ ਦੁਆਰਾ ਪੋਜੀਸ਼ਨ ਨੂੰ ਦੇਖਣ ਦੇ ਲਈ। ਆਪਾਂ GPS ਯੂਜ਼ ਕਰਦੇ ਹਾਂ ਨਾ ਜਦੋਂ ਆਪਾਂ ਨੇ ਕਿਤੇ ਜਾਣਾ ਹੋਵੇ ਬਾਹਰ, ਠੀਕ ਹੈ, ਲੋਕੇਸ਼ਨ ਦੇਖਣ ਦੇ ਲਈ। ਸੋ ਸਿਮਿਲਰਲੀ IRNSS ਦਾ ਵੀ ਹੁਣ ਯੂਜ਼ ਹੋ ਸਕੂਗਾ। ਓਕੇ, the navigation system up to 1500 kilometer in Indian Ocean water can now replace GPS। ਹੁਣ ਇੰਡੀਅਨ ਓਸ਼ਨ ਵਾਟਰ 'ਚ ਅਗਰ ਆਪਾਂ ਗੱਲ ਕਰੀਏ 1500 ਕਿਲੋਮੀਟਰ ਤੱਕ ਜਿਹੜਾ ਨੈਵੀਗੇਸ਼ਨ ਸਿਸਟਮ ਹੈ ਉਹਦੇ ਵਿੱਚ GPS ਨੂੰ ਹੁਣ ਰਿਪਲੇਸ ਕੀਤਾ ਜਾ ਸਕਦਾ ਹੈ ਬਾਏ IRNSS ਨਾਲ। This means that ship in Indian Ocean can obtain information from IRNSS for their position at sea। ਮਤਲਬ ਜਿਹੜੀ ਹੁਣ ਇੰਡੀਅਨ ਸ਼ਿਪਸ ਹੈ ਉਹ IRNSS ਦਾ ਯੂਜ਼ ਕਰ ਸਕਦੇ ਆ ਆਪਣੀ ਲੋਕੇਸ਼ਨ ਨੂੰ ਦੇਖਣ ਦੇ ਲਈ। ਇੰਡੀਆ ਹੈਜ਼ ਨਾਓ ਬਿਕਮ ਦ 4th ਕੰਟਰੀ ਇਨ ਵਰਲਡ। ਇੰਡੀਆ ਹੁਣ ਐਸੀ 4th ਕੰਟਰੀ ਬਣ ਗਿਆ ਵਰਲਡ ਦੇ ਵਿੱਚ ਜਿਹਦੇ ਕੋਲ ਆਪਣਾ ਇੰਡੀਪੈਂਡੈਂਟ ਰੀਜਨਲ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਹੈ। ਓਕੇ, ਅਤੇ ਜਿਹਨੂੰ ਰਿਕੋਗਨਾਈਜ਼ ਕੀਤਾ IMO ਨੇ ਅੰਡਰ ਇਟਸ WWRNS। ਓਕੇ, ਆਲਸੋ ਇਟ ਇਨਕਰੀਜ਼ਿਜ਼ ਮਿਲਟਰੀ ਸਿਕਿਉਰਿਟੀ ਆਫ ਕੰਟਰੀ। ਹੁਣ ਇਹਦੇ ਨਾਲ ਮਿਲਟਰੀ ਸਿਕਿਉਰਿਟੀ ਵੀ ਵੱਧ ਜੂਗੀ ਇੰਡੀਆ ਦੀ। ਦਿਸ ਇਜ਼ ਬਿਕੋਜ਼ ਜਿਹੜੀ ਇੰਡੀਅਨ ਸ਼ਿਪਸ ਹੈ ਹੁਣ ਉਹਨਾਂ ਨੂੰ US ਜਾਂ ਫਿਰ ਰਸ਼ੀਅਨ ਨੈਵੀਗੇਸ਼ਨ ਸਿਸਟਮ 'ਤੇ ਡਿਪੈਂਡ ਨਹੀਂ ਰਹਿਣਾ ਪਊਗਾ ਆਪਣੀ ਪੋਜੀਸ਼ਨ ਇਨਫੋਰਮੇਸ਼ਨ ਨੂੰ ਦੇਖਣ ਦੇ ਲਈ ਸੀ ਦੇ ਵਿੱਚ। ਓਕੇ, ਸੋ ਇਹ ਬਹੁਤ ਅੱਛੀ ਗੱਲ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ IMO ਰਿਕੋਗਨਾਈਜੇਸ਼ਨ ਹੈ ਇਹਦਾ ਮਤਲਬ ਕੀ ਹੈ। ਜਿਹੜੀ IMO ਹੈ ਉਹ ਬੇਸਿਕਲੀ ਯੂਨਾਈਟਿਡ ਨੇਸ਼ਨ ਦੀ ਇੱਕ ਆਰਗੇਨਾਈਜੇਸ਼ਨ ਹੈ। ਵਿਦ ਰਿਕੋਗਨਾਈਜੇਸ਼ਨ ਇੰਡੀਆ ਹੈਜ਼ ਬਿਕਮ 4th ਕੰਟਰੀ ਆਫਟਰ US, ਰਸ਼ੀਆ, ਚਾਈਨਾ ਟੂ ਹੈਵ ਇਟਸ ਓਨ ਨੈਵੀਗੇਸ਼ਨ ਸਿਸਟਮ। ਹੁਣ ਇੰਡੀਆ ਐਸੀ 4th ਕੰਟਰੀ ਬਣ ਗਈ ਇਹ ਰਿਕੋਗਨਾਈਜੇਸ਼ਨ ਤੋਂ ਬਾਅਦ ਜਿਹਦੇ ਕੋਲ ਆਪਣਾ ਨੈਵੀਗੇਸ਼ਨ ਸਿਸਟਮ ਹੈ। ਵਿਦ ਦਿਸ ਰਿਕੋਗਨਾਈਜੇਸ਼ਨ ਇੰਡੀਅਨ ਨੈਵੀਗੇਸ਼ਨ ਸਿਸਟਮ ਹੈ ਜਿਹੜਾ ਉਹਨੂੰ ਵੀ ਸਿਮਿਲਰਲੀ ਪਲੇਸ ਕੀਤਾ ਜਾਊਗਾ ਅਲੋਂਗ ਵਿਦ ਪਾਪੂਲਰ ਸਿਸਟਮ ਜਿਹੜਾ ਕਿ ਵੈਸਲਸ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ ਨੈਵੀਗੇਸ਼ਨ ਦੇ ਲਈ, ਕਿਹੜੇ GLONASS ਐਂਡ GPS। ਓਕੇ, ਅਤੇ ਇਹਦੇ ਨਾਲ ਇੰਡੀਆ ਦੀ ਜਿਹੜੀ ਰੈਪੂਟੇਸ਼ਨ ਹੈ ਇੰਡੀਅਨ ਓਸ਼ਨ ਰੀਜਨ 'ਚ ਉਹ ਵੀ ਇਨਕਰੀਜ਼ ਹੋ ਗਈ। ਆਲ ਦਾ ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਨੇ ਹੁਣ ਉਹ ਵੀ IRNSS ਦਾ ਯੂਜ਼ ਕਰ ਪਾਉਣਗੀਆਂ। ਮਰਚੈਂਟ ਵੈਸਲਸ ਇਨਕਲੂਡਿੰਗ ਸਮਾਲ ਫਿਸ਼ਿੰਗ ਬੋਟਸ ਉਹਨਾਂ ਨੂੰ ਵੀ ਆਥੋਰਾਈਜ਼ ਕੀਤਾ ਜਾਊਗਾ ਕਿ ਉਹ ਯੂਜ਼ ਕਰ ਸਕਣ ਇਸ ਸਿਸਟਮ ਨੂੰ। ਓਕੇ, ਹਾਊਐਵਰ IRNSS is only a regional navigation system and not a global navigation system। ਬਟ ਹਜੇ ਫਰਕ ਕੀ ਹੈ ਕਿ ਜਿਹੜਾ IRNSS ਹੈ ਉਹ ਰੀਜਨਲ ਨੈਵੀਗੇਸ਼ਨ ਸਿਸਟਮ ਹੈ, ਗਲੋਬਲ ਨੈਵੀਗੇਸ਼ਨ ਸਿਸਟਮ ਨਹੀਂ ਹੈ ਜਿਵੇਂ ਕਿ GPS ਹੈ, GLONASS ਹੈ, ਉਸ ਦੇ ਤਰ੍ਹਾਂ। ਓਕੇ, IRNSS ਇਜ਼ ਇੰਡੀਪੈਂਡੈਂਟ ਰੀਜਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜਿਹਨੂੰ ਕਿ ਇੰਡੀਆ ਦੇ ਦੁਆਰਾ ਡਿਵੈਲਪ ਕੀਤਾ ਗਿਆ। It provide accurate position information services to help ships in their navigation। The operational name of IRNS is NAVIC। Operational name ਕੀ ਇਹਦਾ NAVIC। ਓਕੇ, ਅਤੇ ਇਹ ਕਵਰ ਕਰਦਾ ਇੰਡੀਆ ਨੂੰ ਐਂਡ 1500 ਕਿਲੋਮੀਟਰ ਆਫ ਰੀਜਨ ਕਵਰਿੰਗ ਇੰਡੀਆ। ਇਹਦੇ ਵਿੱਚ 8 ਕੌਂਸਟੇਲੇਸ਼ਨ ਹੈ ਔਰਬਿਟ ਦੇ ਵਿੱਚ। ਓਕੇ, ਅਗਰ ਆਪਾਂ GPS ਦੀ ਗੱਲ ਕਰੀਏ, GPS ਦੀ ਫੁੱਲ ਫਾਰਮ ਕੀ ਹੈ, ਗਲੋਬਲ ਪੋਜੀਸ਼ਨਿੰਗ ਸਿਸਟਮ, ਅਤੇ ਉਹ ਕਿਹੜੀ ਕੰਟਰੀ ਦੁਆਰਾ ਓਨ ਕੀਤੀ ਜਾਂਦੀ ਹੈ, ਯੂਨਾਈਟਿਡ ਸਟੇਟਸ। ਦੈਨ ਸੈਕਿੰਡ ਹੈ GLONASS। GLONASS ਦੀ ਫੁੱਲ ਫਾਰਮ ਹੈ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ। ਓਕੇ, ਅਤੇ ਕਿਹਦੀ ਹੈ, ਰਸ਼ੀਆ ਦੀ। ਸੋ ਇਹਨਾਂ ਬਾਰੇ ਥੋੜ੍ਹਾ ਜਿਹਾ ਯਾਦ ਰੱਖਿਓ। ਅਤੇ ਜਿਹੜੀ GLONASS ਸੈਟੇਲਾਈਟ ਹੈ ਉਹ ਕੰਪਲੀਟ ਹੋ ਗਈ ਸੀ 1995 ਦੇ ਵਿੱਚ। ਇਹ ਈਅਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ, ਬਸ ਤੁਹਾਨੂੰ ਇਹਦੀ ਫੁੱਲ ਫਾਰਮ ਅਤੇ ਕਿਹੜੀ ਕੰਟਰੀ ਓਨ ਕਰਦੀ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਓਕੇ, ਸੋ 16th ਕਰੰਟ ਅਫੇਅਰ ਹੈ ਰਿਗਾਰਡਿੰਗ RBI ਮੌਂਟੀ ਪੈਨਲ। ਓਕੇ, ਇਹ ਨਿਊਜ਼ 'ਚ ਕਿਉਂ ਹੈ, ਬਿਕੋਜ਼ ਜਿਹੜੀ ਕਮੇਟੀ ਹੈ ਉਹਨੇ ਇੱਕ ਰਿਪੋਰਟ ਸਬਮਿਟ ਕੀਤੀ ਹੈ ਅਬਾਊਟ ਬੈਂਕ ਲਾਇਸੈਂਸਿੰਗ ਇਨ ਇੰਡੀਆ। ਪਹਿਲਾਂ ਵੀ RBI ਨੇ ਜਿਹੜਾ ਇਹ ਵਾਲਾ ਪੈਨਲ ਹੈ ਉਹਦੇ ਅੰਡਰ ਇੱਕ ਕਮੇਟੀ ਬਣਾਈ ਸੀ, ਕਾਹਦੇ ਲਈ, ਟੂ ਰਿਵਿਊ ਓਨਰਸ਼ਿਪ ਗਾਈਡਲਾਈਨਸ ਆਫ ਇੰਡੀਅਨ ਪ੍ਰਾਈਵੇਟ ਸੈਕਟਰ ਬੈਂਕਸ। ਓਕੇ, ਹੁਣ ਜਿਹੜੀ ਇਹਨੇ ਰਿਕਮੈਂਡੇਸ਼ਨ ਦਿੱਤੀ ਹੈ ਰਿਗਾਰਡਿੰਗ ਬੈਂਕ ਲਾਇਸੈਂਸਿੰਗ ਉਹਦੇ ਬਾਰੇ ਆਪਾਂ ਕੁਛ ਡਿਟੇਲਸ ਦੇਖਦੇ ਹਾਂ ਕੀ ਨੇ। ਪਹਿਲੀ ਹੈਗੀ ਲਾਰਜ ਇੰਡਸਟਰੀਅਲ ਹਾਊਸਿਸ ਐਂਡ ਕਾਰਪੋਰੇਟਸ ਸ਼ੈਲ ਬੀ ਅਲਾਓ ਐਜ਼ ਪ੍ਰਮੋਟਰਸ ਆਫ ਬੈਂਕ। However, this is possible only after making required amendments to Banking Regulation Act 1949। ਜਿਹੜੀ ਲਾਰਜ ਇੰਡਸਟਰੀਅਲ ਹਾਊਸਿਸ ਹੈ ਅਤੇ ਕਾਰਪੋਰੇਟਸ ਉਹਨਾਂ ਨੂੰ ਵੀ ਅਲਾਓ ਕੀਤਾ ਜਾਊਗਾ ਕਿ ਉਹ ਪ੍ਰਮੋਟਰਸ ਬਣ ਸਕਦੇ ਬੈਂਕਸ ਦੇ। ਅਤੇ ਕਦੋਂ ਇਹ ਪੋਸੀਬਲ ਹੋਊਗਾ, ਜਦੋਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਵਿੱਚ ਅਮੈਂਡਮੈਂਟਸ ਕੀਤੀਆਂ ਜਾਣਗੀਆਂ। ਵੈਲ ਐਸਟੈਬਲਿਸ਼ ਨਾਨ ਬੈਂਕਿੰਗ ਫਾਈਨਾਂਸ ਕਾਰਪੋਰੇਸ਼ਨ with asset size of 50,000 crore and above shall be considered for conversion into banks। ਜਿਹੜੇ ਨਾਨ ਬੈਂਕਿੰਗ ਫਾਈਨੈਂਸ਼ੀਅਲ ਕਾਰਪੋਰੇਸ਼ਨਸ ਨੇ ਜਿਨ੍ਹਾਂ ਦਾ ਐਸੈਟ ਸਾਈਜ਼ 50,000 ਕਰੋੜ ਦਾ ਹੈ
ਉਹਨਾਂ ਨੂੰ ਵੀ ਕੰਸੀਡਰ ਕੀਤਾ ਜਾਊਗਾ ਕਿ ਉਹ ਬੈਂਕਸ ਦੇ ਵਿੱਚ ਕਨਵਰਟ ਹੋ ਸਕਣ। The committee has recommended a 3-year operational time for a payment bank to be converted into small finance bank। ਜਿਹੜੀ ਕਮੇਟੀ ਹੈ ਉਹਨੇ 3 years ਆਪਰੇਸ਼ਨ ਟਾਈਮ ਦਿੱਤਾ ਇੱਕ ਪੇਮੈਂਟ ਬੈਂਕ ਦੇ ਲਈ ਅਗਰ ਉਹ ਕਨਵਰਟ ਹੋਣਾ ਚਾਹੁੰਦਾ ਸਮਾਲ ਫਾਈਨਾਂਸ ਬੈਂਕ ਦੇ ਵਿੱਚ। ਕਰੰਟਲੀ ਪੇਮੈਂਟ ਬੈਂਕਸ ਕੈਨ ਅਪਲਾਈ ਫॉर ਕਨਵਰਜਨ ਇਨਟੂ ਸਮਾਲ ਫਾਈਨਾਂਸ ਬੈਂਕਸ ਓਨਲੀ ਆਫਟਰ 5 year। ਹੁਣ ਕੀ ਹੈ ਕਿ ਉਹਨਾਂ ਨੂੰ 5 ਸਾਲ ਆਪਰੇਸ਼ਨ ਕਰਨਾ ਪੈਂਦਾ ਫਿਰ ਉਹ ਐਵੇਂ ਕਰ ਸਕਦੇ हैं, ਬਟ ਇਹ ਕਮੇਟੀ ਨੇ ਰਿਕਮੈਂਡ ਕੀਤਾ ਹੈ ਕਿ 3 years ਦਾ ਟਾਈਮ ਵੀ ਠੀਕ ਹੈ। ਓਕੇ, then non-operative financial holding company shall be continue as a preferred structure to issue new licenses। 17th current affair है regarding Daniil Medvedev wins ATP finals। okay, so Daniil Medvedev ने डिफीट किया डोमिनिक थीम ਨੂੰ ਕਾਦੇ ਲਈ टू विन ATP टूर्नामेंट। ਜਿਹੜਾ टूर्नामेंट है वो कित्थे होया लंडन ਦੇ ਵਿੱਚ। ATP टूर्नामेंट ਜਿਹੜਾ है वो सैकेंड हाईएस्ट टीयर है ऑफ मैंस टैनिस टूर्नामेंट आफ्टर ग्रैंड स्लैम। ग्रैंड स्लैम तो बाद अगर आप देखिए सैकेंड हाईएस्ट ਜਿਹੜਾ ਟੂਰਨਾਮੈਂਟ ਹੈ ਉਹ ਕਿਹੜਾ ATP। ਓਕੇ, ਜਿਹੜਾ ਟੂਰਨਾਮੈਂਟ ਹੈ ਉਹ ਪਹਿਲੀ ਵਾਰ 1970 ਦੇ ਵਿੱਚ ਕੰਡਕਟ ਕੀਤਾ ਗਿਆ। ਡੇਨੀਲ ਮੈਡਵੀਡੇਵ ਇਜ਼ ਅ ਰਸ਼ੀਅਨ ਟੈਨਿਸ ਪਲੇਅਰ ਜਿਹਦਾ ਰੈਂਕ ਹੈ 4 ਅੰਡਰ ATP ਰੈਂਕਿੰਗ ਤੇ ਇਹਨਾਂ ਦਾ ਬਰਥ ਕਿੱਥੇ ਹੋਇਆ ਮਾਸਕੋ ਦੇ। ਓਕੇ, ਸੋ ਨੈਕਸਟ 18 ਕਰੰਟ ਅਫੇਅਰ ਦੇਖਦੇ ਹਾਂ। ਇਹ ਹੈਗਾ ਰਿਗਾਰਡਿੰਗ APEC ਸਮਿਟ 2020। ਸਭ ਤੋਂ ਪਹਿਲਾਂ ਤਾਂ ਇਹ ਇੰਪੋਰਟੈਂਟ ਕੁਐਸਚਨ ਬਣਦਾ ਵੀ ਐਸੀ ਕਿਹੜੀ ਕੰਟਰੀ ਹੈ ਜਿਹਨੇ ਇਹ ਜਿਹੜੀ ਸਮਿਟ ਆ ਉਹਨੂੰ ਹੋਸਟ ਕੀਤਾ। ਮਲੇਸ਼ੀਆ। Okay, so 2020 Asia Pacific Economic Cooperation Economic Leaders Meeting was held under the chairmanship of Malaysian Prime Minister Tan Sri Muhyiddin Yassin। ਤੇ ਐਸਾ ਪਹਿਲੀ ਵਾਰ ਹੋ ਰਿਹਾ ਸੀ ਕਿ ਜਿੰਨੀਆਂ ਵੀ 21 APEC Economic Leaders हैं ਉਹ virtually meet ਕੀਤਾ ਉਹਨਾਂ ਨੇ due to ongoing COVID-19 pandemic। Okay, APEC 2020 ended with the adoption of APEC Putrajaya Vision 2040। ਇਹਦੇ ਵਿੱਚ ਕਿਹੜੇ ਵਿਜ਼ਨ ਨੂੰ ਅਡੋਪਟ ਕੀਤਾ ਗਿਆ? APEC ਪੁਤਰਜਾਇਆ ਵਿਜ਼ਨ 2020 ਐਂਡ 2020 ਕੁਆਲਾਲੰਪਰ ਡੈਕਲੇਰੇਸ਼ਨ। APEC 2021 ਜੋ ਸਮਿਟ ਹੈ ਉਹ ਕਿਹੜੀ ਕੰਟਰੀ ਦੇ ਦੁਆਰਾ ਹੋਸਟ ਕੀਤੀ ਜਾਊਗੀ? ਨਿਊਜ਼ੀਲੈਂਡ। 2020 ਦੇ ਵਿੱਚ ਮਲੇਸ਼ੀਆ ਨੇ ਕੀਤੀ, 2021 ਦੇ ਵਿੱਚ ਨਿਊਜ਼ੀਲੈਂਡ ਕਰੂਗਾ। ਓਕੇ, ਦਿਸ ਇਜ਼ ਦ ਸੈਕਿੰਡ ਟਾਈਮ ਦੈਟ ਮਲੇਸ਼ੀਆ ਹੋਸਟ ਐਨ APEC ਮੀਟਿੰਗ। ਪਹਿਲਾਂ 1998 'ਚ ਕੀਤੀ ਅਤੇ ਦੂਜੀ ਵਾਰ ਹੈ ਕਿ ਮਲੇਸ਼ੀਆ ਨੇ ਜਿਹੜੀ ਮੀਟਿੰਗ ਉਹਨੂੰ ਹੋਸਟ ਕੀਤਾ। अगर थीम की गल करिए तो थीम की सी ऑप्टिमाइजिंग ह्यूमन पोटेंशियल टूवर्ड्स अ रीसेलिएंट फ्यूचर ऑफ शेयर्ड प्रॉस्पेरिटी प्राइवेट प्रायोरिटाइज प्रोग्रेस। ओके, दैन ਹੁਣ ਇਹਦੇ ਵਿੱਚ ਇੱਕ ਵਿਜ਼ਨ ਦੀ ਗੱਲ ਕੀਤੀ ਗਈ ਸੀ ਪੁਤਰਜਾਇਆ ਵਿਜ਼ਨ 2040। ਇਹ ਕੀ ਹੈ? ਪੁਤਰਜਾਇਆ ਵਿਜ਼ਨ 2040 is a new 20-year growth vision which will replace the existing Bogor goals which was agreed by leaders in 1994 for free and open trade investment in APEC। ਜਿਹੜਾ ਇਹ ਵਿਜ਼ਨ ਹੈ ਉਹ 20-year growth vision ਹੈ ਜਿਹੜਾ ਰਿਪਲੇਸ ਕਰੂਗਾ ਐਗਜ਼ਿਸਟਿੰਗ ਬਗੋਰ ਗੋਲਸ ਨੂੰ। ਠੀਕ ਹੈ, ਜੋ ਕਿ ਜਿਹੜੇ ਲੀਡਰਸ ਹੈ APEC ਦੇ ਉਹਨਾਂ ਨੇ 1994 ਦੇ ਵਿੱਚ ਐਗਰੀ ਕੀਤਾ ਸੀ ਇਹ ਗੋਲਸ ਨੂੰ। ਠੀਕ ਹੈ, ਅਤੇ ਕਾਹਦੇ ਲਈ ਨੇ? ਫॉर ਫ੍ਰੀ ਐਂਡ ਓਪਨ ਟ੍ਰੇਡ ਐਂਡ ਇਨਵੈਸਟਮੈਂਟ ਇਨ APEC। ਓਕੇ, ਸੋ 19 ਕਰੰਟ ਅਫੇਅਰ ਹੈ ਐਸੀ ਕਿਹੜੀ ਸਟੇਟ ਹੈ ਜਿਹਦੇ ਵਿੱਚ ਇੱਕ ਕਾਓ ਕੈਬਨਿਟ ਬਣਾਈ ਗਈ ਤਾਂ ਕਿ ਕਾਊਜ਼ ਨੂੰ ਕੰਜ਼ਰਵ ਕੀਤਾ ਜਾਏ। ਸੋ ਸਟੇਟ ਦਾ ਨਾਮ ਯਾਦ ਰੱਖਿਓ, ਮੱਧ ਪ੍ਰਦੇਸ਼। ਓਕੇ, ਸੋ 20th ਕਰੰਟ ਅਫੇਅਰ ਹੈ ਰਿਗਾਰਡਿੰਗ ਆਪਰੇਸ਼ਨ ਕੈਲਿਪਸੋ। The Directorate of Revenue Intelligence, that is DRI, recently launched Operation Calypso। Under the operation, 504 grams of cocaine was seized and transnational drug racket was busted। Okay, the gang has successfully smuggled more than 3.3 kg of cocaine in Bombay। The value of smuggled cocaine has been estimated as 20 crore of rupees। बस तुसी ये कुछ डिटेल्स ज़्यादा नहीं याद रखने, ये बारे याद रखना है कि जिहड़ा ऑपरेशन कैलिप्सो सी न्यूज़ सी क्योंकि जिहड़ा ऑपरेशन है वो DRI ने चलाया सी मुंबई दे विच ते इहदे विच कोकेन नूं सीज़ किया गया काफ़ी लार्ज अमाउंट दे विच। ओके, बस ये डिटेल्स ये बारे याद रखियो। सो ਅੱਜ ਇਸ ਵੀਡੀਓ ਦੇ ਵਿੱਚ ਵੀ ਆਪਾਂ 20 ਕਰੰਟ ਅਫੇਅਰ ਡਿਸਕਸ ਕੀਤੇ। ਸੋ ਤੁਹਾਡੇ 60 ਕਰੰਟ ਅਫੇਅਰ ਡਿਸਕਸ ਹੋ ਚੁੱਕੇ ਆ ਨਵੰਬਰ 2020 ਦੇ। ਇਹਨਾਂ ਨੂੰ ਅੱਛੇ ਤਰੀਕੇ ਨਾਲ ਜ਼ਰੂਰ ਰਿਵਾਈਜ਼ ਕਰਿਓ ਤੇ ਤੁਹਾਡੇ ਬਹੁਤ ਕੰਮ ਆਉਣਗੇ ਐਗਜ਼ਾਮਸ ਦੇ ਵਿੱਚ। ਓਕੇ, ਸੋ ਮਿਲਦਾ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।